प्यारे प्यारे बच्चों सारिਆਂ ਨੂੰ सत श्री अकाल। हाँ जी बच्चों, कहते मेहनत का फल सदा मिठा हुंदा है। ਜਿਹੜੇ ਬੱਚੇ ਮਿਹਨਤ ਕਰਦੇ ਨੇ ਉਹ ਜ਼ਿੰਦਗੀ ਦੇ ਵਿੱਚ ਜ਼ਰੂਰ ਤੋਂ ਜ਼ਰੂਰ ਕੁਝ ਨਾ ਕੁਝ ਜ਼ਰੂਰ ਬਣਨਗੇ, ਅੱਛੇ ਨਾਗਰਿਕ ਬਣਨਗੇ, ਚੰਗੀਆਂ ਨੌਕਰੀਆਂ ਪ੍ਰਾਪਤ ਕਰਨਗੇ। ਪਰ ਜਿਹੜੇ ਬੱਚੇ ਕੀ ਕਰਦੇ ਨੇ, ਵੀਡੀਓ ਚਲਾ ਕੇ ਸਿਰਫ 1 ਮਿੰਟ ਕਰਕੇ ਬੰਦ ਕਰ ਦਿੰਦੇ ਨੇ ਬੱਚੇ, ਉਹ ਬੱਚੇ ਕਦੇ ਮਿਹਨਤੀ ਨਹੀਂ ਹੁੰਦੇ। ਉਹ ਕੀ ਸਾਨੂੰ ਧੋਖਾ ਨਹੀਂ ਦਿੰਦੇ, ਉਹ ਖੁਦ ਆਪਣੇ ਆਪ ਨੂੰ ਧੋਖਾ ਦਿੰਦੇ ਨੇ। ਜਿਹੜੇ ਬੱਚੇ ਧਿਆਨ ਦੇ ਨਾਲ ਪੜ੍ਹਦੇ ਨੇ, ਪਰਮਾਤਮਾ ਵੀ ਕੀ ਕਰਦਾ ਬੱਚੇ, ਉਹ ਮਿਹਨਤ ਦਾ ਫਲ ਸਾਨੂੰ ਮਿੱਠਾ ਦਿੰਦਾ ਹੈ। ਠੀਕ ਹੈ ਨਾ। ਇਸ ਕਰਕੇ ਮੇਰੀ ਤੁਹਾਨੂੰ ਵਾਰ-ਵਾਰ ਗੁਜ਼ਾਰਿਸ਼ ਹੈ ਕਿ ਤੁਸੀਂ ਪੂਰੀ ਵੀਡੀਓ ਦੇਖਿਆ ਕਰੋ। ਤੀਸਰੀ ਕਲਾਸ ਵਾਲਿਆਂ ਨੂੰ ਹਿੰਦੀ ਦੀ ਕੋਈ ਜ਼ਰੂਰਤ ਨਹੀਂ ਹੈਗੀ, ਉਹ ਬਾਕੀ ਸਬਜੈਕਟ ਦੇਖ ਲੈਣ। ਪਹਿਲਾਂ ਤੁਸੀਂ ਸਮਝੋ ਚੰਗੀ ਤਰ੍ਹਾਂ, ਉਸ ਤੋਂ ਬਾਅਦ ਤੁਸੀਂ ਖੁਦ ਕਰਕੇ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗੇ। ਚਲੋ ਬੱਚੋ, ਆਪਾਂ ਕਰ ਰਹੇ ਹਾਂ ਅੱਜ ਸਕੂਲ ਸਿੱਖਿਆ ਵਿਭਾਗ ਵੱਲੋਂ ਕਿਹੜੀ ਵੀ ਪੰਜਾਬ ਅਚੀਵਮੈਂਟ ਸਰਵੇ। ਪੈਸ ਸੀਟ ਕਿਹੜੀ ਹੈ ਬੱਚੋ ਅੱਜ 16 ਅਤੇ ਤਰੀਕ ਕਿੰਨੀ ਹੈ 10/9/2020। ਹੁਣ ਸਭ ਨੂੰ ਪਤਾ ਹੈ, ਪਹਿਲਾਂ ਆਪਾਂ ਪੰਜਾਬੀ ਪੜ੍ਹਦੇ ਹਾਂ, ਪੰਜਾਬੀ ਦਾ ਪੈਰਾ ਅਸੀਂ ਚੰਗੀ ਤਰ੍ਹਾਂ ਪੜ੍ਹਦੇ ਹਾਂ, ਹੈ ਨਾ। ਪੜ੍ਹ ਕੇ ਕੀ ਪਤਾ ਲੱਗਦਾ, ਫਿਰ ਸਾਨੂੰ ਸਾਡੀਆਂ ਗਲਤੀਆਂ ਦਾ ਪਤਾ ਲੱਗ ਜਾਂਦਾ ਅਤੇ ਸਾਨੂੰ ਸਮਝ ਆ ਜਾਂਦੀ ਕਿ ਪੈਰੇ ਵਿੱਚ ਕੀ ਪੁੱਛਿਆ ਗਿਆ, ਕੀ ਅਸੀਂ ਦੱਸਣਾ ਹੈ। ਚਲੋ ਬੱਚੇ, ਆਪਾਂ ਸ਼ੁਰੂ ਕਰਦੇ ਹਾਂ ਪੰਜਾਬੀ ਵਿਸ਼ਾ, ਜੋ ਕਿ ਸਾਨੂੰ ਬਹੁਤ ਹੀ ਪਿਆਰਾ ਵਿਸ਼ਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਪੰਜਾਬ ਦਾ ਜੰਮਪਲ ਸੀ। ਉਸ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਹੋਇਆ। ਉਹ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਸੀ। ਸਕੂਲ ਦੇ ਸਾਥੀ ਉਸਨੂੰ ਅਫਲਾਤੂਨ ਕਹਿ ਕੇ ਬੁਲਾਉਂਦੇ ਸਨ। ਉਹ ਉਚੇਰੀ ਪੜ੍ਹਾਈ ਕਰਨ ਲਈ ਅਮਰੀਕਾ ਗਿਆ। ਉੱਥੋਂ ਉਸ ਤੋਂ ਭਾਰਤੀਆਂ ਦੀ ਦੁਰਦਸ਼ਾ ਦੇਖੀ ਨਾ ਗਈ। ਦੁਰਦਸ਼ਾ ਹੁੰਦੇ ਬੱਚੋ ਬੁਰੀ ਹਾਲਤ, ਕਿਉਂਕਿ ਅੰਗਰੇਜ਼ਾਂ ਨੇ ਭਾਰਤ ਦੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਸੀ। ਉਸ ਸਮੇਂ ਆਪਾਂ ਕੀ ਸੀ ਬੱਚਿਓ, ਗੁਲਾਮ ਸੀ ਅੰਗਰੇਜ਼ਾਂ ਦੇ। ਠੀਕ ਹੈ ਨਾ। ਸਾਨੂੰ ਸਾਡੀਆਂ ਮਿਹਨਤ ਦਾ ਮੁੱਲ ਵੀ ਨਹੀਂ ਮਿਲਦਾ ਸੀ, ਜਿਸ ਕਾਰਨ ਉਹ ਗਦਰ ਪਾਰਟੀ ਵਿੱਚ ਸ਼ਾਮਲ ਹੋ ਗਿਆ। ਉਸਨੇ ਗਦਰ ਲਹਿਰ ਦਾ ਉਦੇਸ਼ ਘਰ ਘਰ ਵਿੱਚ ਪਹੁੰਚਾਇਆ। ਉਹ ਅੰਗਰੇਜ਼ਾਂ ਨੂੰ ਭਾਰਤ ਦੀ ਧਰਤੀ ਤੋਂ ਬਾਹਰ ਕੱਢਣਾ ਚਾਹੁੰਦਾ ਸੀ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਉਹ ਛੋਟੀ ਉਮਰੇ ਹੀ ਹੱਸਦਾ ਹੱਸਦਾ ਫਾਂਸੀ 'ਤੇ ਝੂਲ ਗਿਆ। ਉਸ ਵੇਲੇ ਉਸ ਦੀ ਉਮਰ ਸਿਰਫ 19 ਸਾਲ ਦੀ ਹੀ ਸੀ। ਦੇਖੋ ਬੱਚਿਓ, ਇੱਕ ਉਹ ਲੋਕ ਵੀ ਨੇ ਜੋ ਸਾਡੇ ਲਈ ਕੀ ਹੈ ਵੀ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਇੱਕ ਅਸੀਂ ਹਾਂ ਜਿਸ ਨੂੰ ਹਰ ਚੀਜ਼ ਘਰ ਬੈਠਿਆਂ ਨੂੰ ਮਿਲ ਰਹੀ ਹੈ, ਪਰ ਅਸੀਂ ਫਿਰ ਵੀ ਸਹੀ ਕੀ ਹੈ ਕਿ ਉਸ ਦਾ ਆਜ਼ਾਦੀ ਦਾ ਮੁੱਲ ਨਹੀਂ ਪਾ ਰਹੇ, ਹੈ ਨਾ। ਇਸ ਕਰਕੇ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਸਾਡੇ ਦੇਸ਼ ਭਗਤਾਂ ਤੋਂ, ਸ਼ਹੀਦਾਂ ਤੋਂ। ਪਹਿਲਾ ਪ੍ਰਸ਼ਨ ਹੈਗਾ, ਫਾਂਸੀ ਸਮੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਉਮਰ ਕਿੰਨੀ ਸੀ ਬੱਚੋ? ਕਿੰਨੀ ਸੀ? 19 ਸਾਲ। ਈਡੀ ਉੱਤਰ ਬਿਲਕੁਲ ਸਹੀ ਹੈ। ਦੂਸਰਾ, ਸ਼ਹੀਦ ਕਰਤਾਰ ਸਿੰਘ ਸਰਾਭਾ ਪਿੰਡ ਕਿਹੜੇ ਜ਼ਿਲ੍ਹੇ ਵਿੱਚ ਹੈ? ਹਾਂਜੀ ਬੱਚੋ, ਆਪਾਂ ਪੜ੍ਹਿਆ ਸੀ ਕਿੱਥੇ ਸੀ, ਉਹਨਾਂ ਦਾ ਪਿੰਡ ਕਿਹੜਾ ਸੀ ਬੱਚਿਓ? ਉਹ ਕੀ ਹੈ, ਉਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ। ਠੀਕ ਹੈ, ਤਾਂ ਤੁਸੀਂ ਯਾਦ ਰੱਖਣਾ, ਪਹਿਰੇ ਦੇ ਵਿੱਚ ਧਿਆਨ ਦੇ ਨਾਲ ਸਾਰੇ ਪ੍ਰਸ਼ਨ ਵਿੱਚੋਂ ਪੁੱਛੇ ਜਾਂਦੇ ਨੇ। ਲੁਧਿਆਣਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਸੀ ਉਹ। ਤੀਸਰਾ ਪ੍ਰਸ਼ਨ, ਸ਼ਹੀਦ ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਵਿੱਚ ਕਿਉਂ ਸ਼ਾਮਲ ਹੋਇਆ ਸੀ? ਊੜਾ ਉਚੇਰੀ ਪੜ੍ਹਾਈ ਲਈ, ਅਮਰੀਕਾ ਜਾਣ ਲਈ, ਭਾਰਤੀਆਂ ਦੀ ਦੁਰਦਸ਼ਾ ਦੇਖ ਕੇ। ਹਾਂਜੀ ਬੱਚਿਓ, ਜਦੋਂ ਉਸਨੇ ਦੇਖਿਆ ਕਿ ਭਾਰਤੀ ਲੋਕਾਂ ਦਾ ਬੁਰਾ ਹਾਲ ਹੈ, ਅੰਗਰੇਜ਼ ਉਹਨਾਂ ਨੂੰ ਕੀ ਹੈ ਗੱਲ 'ਤੇ ਜਲੀਲ ਕਰਦੇ ਹਨ, ਤਾਂ ਉਹਨਾਂ ਨੇ ਕੀ ਵੀ ਉਹਨਾਂ ਦੀ ਬੁਰੀ ਹਾਲਤ ਦੇਖ ਕੇ ਕਿ ਮੈਂ ਆਪਣੇ ਦੇਸ਼ ਨੂੰ ਆਜ਼ਾਦੀ ਦਿਵਾਉਣਾ ਚਾਹੁੰਦਾ ਹਾਂ, ਤਾਂ ਉਹ ਗਦਰ ਲਹਿਰ ਦੇ ਵਿੱਚ, ਗਦਰ ਪਾਰਟੀ ਦੇ ਵਿੱਚ ਰਲ ਗਏ। ਹੇਠ ਲਿਖੇ ਵਾਕ ਵਿੱਚ ਤੇ, ਜਦੋਂ ਬੱਚੋ ਤੇ ਹੋਵੇ ਜਾਂ ਚ ਹੋਵੇ, ਚ ਦਾ ਭਾਵ ਹੁੰਦਾ ਵਿੱਚ, ਤੇ ਦਾ ਮਤਲਬ ਹੁੰਦਾ ਉੱਤੇ। ਇਹਦਾ ਮਤਲਬ ਜੇ ਆਪਾਂ ਮੂਹਰੇ ਕੌਮਾ ਲਗਾ ਦਈਏ, ਤੇ ਦਾ ਮਤਲਬ ਹੁੰਦਾ ਇਹਦਾ ਉੱਤੇ ਮਤਲਬ ਹੁੰਦਾ, ਉੱਤੇ। ਠੀਕ ਹੈ। ਸ਼ਬਦ ਲਈ ਕਿਹੜਾ ਵਿਕਲਪ ਠੀਕ ਹੈ? ਉਹ ਛੋਟੀ ਉਮਰੇ ਹੀ ਹੱਸਦਾ ਹੱਸਦਾ ਫਾਂਸੀ 'ਤੇ ਝੂਲ ਗਿਆ। ਅਤੇ ਉੱਤੇ ਬੱਚੋ, ਉਹ ਛੋਟੀ ਉਮਰੇ ਹੀ ਹੱਸਦਾ ਹੱਸਦਾ ਫਾਂਸੀ ਉੱਤੇ ਕੀ ਵੀ ਝੂਲ ਗਿਆ। ਤੇ ਦਾ ਭਾਵ ਉੱਤੇ ਹੁੰਦਾ ਜੇ ਮੂਹਰੇ ਅੱਗੇ ਕੌਮਾ ਲੱਗਿਆ ਹੋਵੇ। ਚ ਦਾ ਭਾਵ ਹੁੰਦਾ ਬੱਚੋ ਵਿੱਚ। ਅਫਲਾਤੂਨ ਸ਼ਬਦ ਦਾ ਕੀ ਅਰਥ ਹੈ? ਬਹੁਤ ਹੁਸ਼ਿਆਰ, ਉਚੇਰੀ, ਕਾਫੀ, ਉਪਰੋਕਤ ਵਿੱਚੋਂ ਕੋਈ ਨਹੀਂ। ਬੱਚੋ ਬਹੁਤ ਹੁਸ਼ਿਆਰ, ਅਫਲਾਤੂਨ ਦਾ ਮਤਲਬ ਕੀ ਹੈ ਵੀ ਬਹੁਤ ਹੁਸ਼ਿਆਰ। ਕਰਤਾਰ ਸਿੰਘ ਸਰਾਭਾ ਜੀ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸਨ, ਇਸ ਕਰਕੇ ਬੱਚੇ ਉਹਨਾਂ ਨੂੰ ਅਫਲਾਤੂਨ ਸ਼ਬਦ ਕਹਿ ਕੇ ਭਾਵ ਬੁਲਾਉਂਦੇ ਸਨ। ਅੱਗੇ ਦੇਖੋ, ਵਿਸ਼ਾ ਗਣਿਤ ਆ ਗਿਆ, ਬਿਲਕੁਲ ਆਸਾਨ।
ਹੇਠਾਂ ਦਿਖਾਏ ਚਿੱਤਰਾਂ ਵਿੱਚ ਵਰਗ ਕਿਹੜਾ ਹੈ? ਵਰਗ ਤੁਹਾਨੂੰ ਪਤਾ ਹੈ ਬੱਚਿਓ, ਜਿਹਦੀਆਂ ਚਾਰੇ ਭੁਜਾਵਾਂ ਬਰਾਬਰ ਹੋਣ ਤੇ ਚਾਰੇ ਕੋਣ 90-90 ਡਿਗਰੀ ਦੇ ਹੋਣ, ਉਹ ਕੀ ਹੁੰਦਾ ਹੈ? ਵਰਗ। ਪਰ ਆਇਤ ਦੇ ਜਿਹੜੇ ਕੋਣ ਨੇ ਉਹ ਵੀ 90-90 ਹੁੰਦੇ ਹਨ। ਪਰ ਬੱਚਿਓ ਦੇਖੋ, ਇਹ ਜਿਹੜੀ ਇਹ ਵਾਲੀ ਭੁਜਾ ਹੈ ਤੇ ਇਹ ਵਾਲੀ ਭੁਜਾ, ਇਹ ਦੋਨੇ ਵੱਡੀਆਂ ਨੇ ਤੇ ਇਹ ਦੋਨੇ ਭੁਜਾ ਕੀ ਨੇ? ਛੋਟੀਆਂ ਨੇ, ਆਮੋ ਸਾਹਮਣੇ ਵਾਲੀਆਂ। ਤੇ ਬੱਚਿਓ ਇਹ ਆਇਤ ਹੈ, ਇਹ ਚੱਕਰ ਹੈ, ਇਹ ਤਿਕੋਣ ਹੈ, ਇਹਨੂੰ ਤ੍ਰੈਪੋਜ਼ ਵੀ ਕਹਿੰਦੇ, ਇੰਗਲਿਸ਼ ਟਰਾਇੰਗਲ ਬੋਲਦੇ ਆ, ਇਹਨੂੰ ਸਕੁਅਰ ਬੋਲਦੇ ਨੇ ਇੰਗਲਿਸ਼ ਦੇ ਵਿੱਚ। ਤੇ ਬੱਚਿਓ ਚਾਰੇ ਭੁਜਾਵਾਂ ਕੀ ਹੁੰਦੀਆਂ ਨੇ? ਬਰਾਬਰ ਹੁੰਦੀਆਂ ਨੇ, ਇਹਨੂੰ ਬੋਲਦੇ ਹਾਂ ਅਸੀਂ ਵਰਗ। ਤਾਂ ਈਡੀ ਉੱਤਰ ਬਿਲਕੁਲ ਸਹੀ ਹੈ। ਅਗਲਾ ਦੇਖੋ, ਤਸਵੀਰ ਅਨੁਸਾਰ ਆਕ੍ਰਿਤੀ ਦਾ ਆਕਾਰ ਪ੍ਰਾਪਤ ਕਰਨ ਲਈ ਪੇਪਰ ਨੂੰ ਕਿਸ ਢੰਗ ਨਾਲ ਕੱਟੋਗੇ? ਹਾਂਜੀ ਬੱਚਿਓ, ਆਪਾਂ ਕੀ ਕਰਨਾ ਹੈ, ਇੱਦਾਂ ਦੀ ਤ੍ਰੈਪੋਜ਼ ਬਣਾਉਣੀ ਹੈ। ਤਾਂ ਕੀ ਕਰਾਂਗੇ ਆਪਾਂ ਪਹਿਲਾਂ ਪੂਰਾ ਬੱਚਿਓ ਪੇਜ ਇੱਦਾਂ ਕਰਕੇ ਇਸ ਤਰ੍ਹਾਂ ਪੇਜ ਲੈ ਲਾਂਗੇ, ਉਹਨਾਂ ਦੋਨਾਂ ਕਿਨਾਰਿਆਂ ਤੋਂ ਜੋੜ ਦਾਂਗੇ ਉਸਨੂੰ, ਠੀਕ ਹੈ ਨਾ। ਤਾਂ ਕੀ ਹੋ ਜਾਏਗੀ? ਇੱਦਾਂ ਦੀ ਤ੍ਰੈਪੋਜ਼ ਬਣ ਜਾਏਗੀ। ਆਪਾਂ ਕੀ ਹੈ, ਇਸ ਢੰਗ ਦੇ ਨਾਲ ਬੱਚਿਓ ਕੱਟਾਂਗੇ, ਤੁਸੀਂ ਖੁਦ ਕੱਟ ਕੇ ਦੇਖਣਾ ਹੈ। ਤਾਂ ਐੜਾ ਉੱਤਰ ਬਿਲਕੁਲ ਸਹੀ ਹੈ। ਤਾਂ ਇਹ ਦੋਨੇ ਚੀਜ਼ਾਂ ਸੇਮ ਨੇ। ਆਪਾਂ ਸੈਂਟਰ ਦੇ ਵਿੱਚੋਂ ਦੋਨਾਂ ਕਰਨ ਨੂੰ ਮਿਲਾ ਕੇ ਕੱਟ ਦੇਵਾਂਗੇ। ਅੱਗੇ ਦੇਖੋ, ਆਕ੍ਰਿਤੀ ਅਨੁਸਾਰ ਸਹੀ ਕਥਨ ਚੁਣੋ। ਦੇਖੋ ਬੱਚੋ, ਕੀ ਦਿਖ ਰਹੀ ਹੈ ਆਪਾਂ ਨੂੰ? ਇਹ ਕੀ ਮਿਲਦੀ ਹੈ? ਇਹ ਰੈਕਟੈਂਗਲ, ਭਾਵ ਇਹ ਆਇਤ ਹੈ। ਇਸ ਆਕ੍ਰਿਤੀ ਦੀਆਂ 4 ਭੁਜਾਵਾਂ ਹਨ, ਬਿਲਕੁਲ ਸਹੀ ਹੈ। ਇਸ ਆਕ੍ਰਿਤੀ ਦੇ 3 ਸਿਖਰ ਹਨ, 3 ਸਿਖਰ ਨਹੀਂ ਹੈਗੇ ਬੱਚਿਓ। 3 ਸਿਖਰ ਇਸ ਦੇ ਨੇ, ਦੇਖੋ 1 ਸਿਖਰ, 2 ਸਿਖਰ, 3 ਸਿਖਰ। ਇਹਦੇ ਕਿੰਨੇ ਸਿਖਰ ਨੇ? 1 ਸਿਖਰ, 2 ਸਿਖਰ, 3 ਸਿਖਰ, 4 ਸਿਖਰ। ਤਾਂ ਕਿੰਨੇ ਨੇ ਬੱਚਿਓ? ਇਹ ਇੱਕ ਵਰਗ ਹੈ? ਨਹੀਂ ਹੈਗਾ ਬੱਚਿਓ, ਕਿਉਂਕਿ ਇਹਦੀਆਂ ਦੋ ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਵੱਡੀਆਂ ਅਤੇ ਛੋਟੀਆਂ ਨੇ। ਜੇ ਵਰਗ ਹੁੰਦਾ ਤਾਂ ਚਾਰੇ ਦੇ ਚਾਰੇ ਬਰਾਬਰ ਹੋਣੀਆਂ ਸੀ। ਇਹ ਇੱਕ ਚੱਕਰ ਹੈ, ਗਲਤ ਹੈ। ਤਾਂ ਬੱਚਿਓ ਸਿਰਫ ਊੜਾ ਕੀ ਇਸ ਆਕ੍ਰਿਤੀ ਦੀਆਂ 4 ਭੁਜਾਵਾਂ ਹਨ, ਇਹ ਬਿਲਕੁਲ ਸਹੀ ਉੱਤਰ ਹੈ, ਠੀਕ ਹੈ, ਊੜਾ। ਅੱਗੇ ਦੇਖੋ, ਰਾਜੇਸ਼ ਕੋਲ 7 ਸੈਂਟੀਮੀਟਰ ਲੰਬੀ ਪੈਨਸਿਲ ਸੀ। ਇਸ ਨੂੰ ਘਟਣ ਕਾਰਨ ਇਹ 2 ਸੈਂਟੀਮੀਟਰ ਛੋਟੀ ਹੋ ਗਈ। ਹੁਣ ਪੈਨਸਿਲ ਦੀ ਲੰਬਾਈ ਦੱਸੋ। 7 ਸੀ, ਘੱਟ ਕੇ ਬੱਚੇ ਨੇ 2 ਕਰਤੀ, ਰਾਜੇਸ਼ ਨੇ ਘਟਾਤੀ। ਤਾਂ ਹੁਣ ਕਿੰਨੀ ਰਹੇਗੀ ਬੱਚਿਓ? 7 ਦੇ ਵਿੱਚੋਂ ਅਸੀਂ 2 ਨੂੰ ਘਟਾ ਦਾਂਗੇ ਤਾਂ 5 ਸੈਂਟੀਮੀਟਰ ਰਹਿ ਜਾਵੇਗੀ। ਅੱਗੇ ਦੇਖੋ, ਕਿੰਨਾ ਸੋਹਣਾ ਕੀ ਸੰਤਰਾ ਲੱਗਦਾ ਕਿੰਨੂ, ਹੈ ਨਾ। ਦਾ ਭਾਰ ਕਿਸ ਦੀ ਵਰਤੋਂ ਨਾਲ ਮਾਪ ਸਕਦੇ ਹਾਂ? ਕਿਹਦੇ ਨਾਲ ਤੋਲਾਂਗੇ ਬੱਚਿਓ? ਹੱਥ ਨਾਲ ਤਾਂ ਆਪਾਂ ਲੰਬਾਈ ਮਾਪਦੇ ਹਾਂ, ਤੱਕੜੀ ਦੇ ਨਾਲ ਅਸੀਂ ਤੋਲ ਮਾਪਦੇ ਹਾਂ, ਇਹ ਅਸੀਂ ਲੀਟਰ ਮੀਟਰ ਕਰਦੇ ਹਾਂ, ਹੈ ਨਾ। ਅਤੇ ਇਹ ਸਕੇਲ ਨਾਲ ਵੀ ਲੰਬਾਈ ਮਾਪਦੇ ਹਾਂ। ਕੀ ਹੈ ਬੱਚਿਓ? ਇਹ ਸੁਭਾਵ ਕੀ ਹੈ? ਇਹ ਵਾਲਾ ਕਿੰਨੂ ਨੂੰ ਅਸੀਂ ਕਾਹਦੇ ਨਾਲ ਤੋਲਾਂਗੇ? ਤੱਕੜੀ ਦੇ ਨਾਲ, ਠੀਕ ਹੈ। ਤੁਸੀਂ ਇਕੱਲਾ ਕੁਐਸਚਨ ਚੰਗੇ ਢੰਗ ਨਾਲ ਕਰ ਸਕਦੇ ਹੋ, ਹੈ ਨਾ। ਅਤੇ ਖੁਦ ਕਰਨਾ ਹੈ ਸਿਰਫ ਸਮਝਣ ਤੋਂ ਬਾਅਦ। ਅੱਗੇ ਦੇਖੋ ਬੱਚਿਓ, ਇਹ ਹੈਗਾ ਆਪਣਾ ਬਨਿਆਨ ਟਰੀ, ਹੈ ਨਾ। ਇਹ ਬਨਿਆਨ ਟਰੀ ਇਜ਼ ਏ ਵੈਰੀ ਲਾਰਜ ਟਰੀ, ਠੀਕ ਹੈ। ਇਟ ਕੈਨ ਗਰੋ ਓਨਲੀ ਇਨ ਵਾਈਟ। ਹਾਂਜੀ, ਬਨਿਆਨ ਟਰੀ ਇਜ਼ ਏ ਵੈਰੀ ਲਾਰਜ ਟਰੀ। ਬਨਿਆਨ ਹੁੰਦਾ ਬੱਚੋ ਬਰਗਦ ਦਾ ਰੁੱਖ। ਕੀ ਹੈ? ਇਹ ਬਨਿਆਨ ਟਰੀ ਇਜ਼ ਵੈਰੀ ਲਾਰਜ ਟਰੀ। ਜਿਹੜਾ ਬਰਗਦ ਦਾ ਰੁੱਖ ਕੀ ਹੈ? ਬਹੁਤ ਹੀ ਵੱਡਾ ਰੁੱਖ ਹੈ। ਇਟ ਕੈਨ ਗਰੋ ਓਨਲੀ ਇਨ ਵਾਈਡ ਓਪਨ ਪਲੇਸ। ਵਾਈਡ ਹੁੰਦੀ ਬਹੁਤ ਚੌੜੀ ਜਗ੍ਹਾ, ਖੁੱਲ੍ਹੀ ਜਗ੍ਹਾ 'ਤੇ ਹੀ ਕੀ ਹੈ? ਉੱਗ ਸਕਦਾ ਹੈ, ਕਿਉਂਕਿ ਬੱਚੇ ਬਹੁਤ ਵੱਡਾ ਰੁੱਖ ਹੁੰਦਾ ਇਹ। ਸੋ ਵੀ ਡੋਂਟ ਸੀ ਮੈਨੀ ਆਫ ਦੈਮ ਇਨ ਸਿਟੀਜ਼। ਇਸ ਕਰਕੇ ਅਸੀਂ ਇਸ ਨੂੰ ਸ਼ਹਿਰਾਂ ਦੇ ਵਿੱਚ, ਕਿਉਂਕਿ ਸ਼ਹਿਰ 'ਚ ਜਗ੍ਹਾ ਘੱਟ ਹੁੰਦੀ ਹੈ, ਠੀਕ ਹੈ, ਜ਼ਿਆਦਾ ਨਹੀਂ ਦੇਖਿਆ, ਠੀਕ ਹੈ ਵੀ। ਇਟ ਹੈਜ਼ ਮੈਨੀ ਥਿਕ ਬ੍ਰਾਂਚਿਸ। ਥਿਕ ਹੁੰਦੇ ਨੇ ਸੰਘਣੀਆਂ, ਬ੍ਰਾਂਚਿਸ ਹੁੰਦੀਆਂ ਨੇ ਟਾਹਣੀਆਂ। ਹੈਂਗਿੰਗ ਡਾਊਨ ਦੇ ਵਿੱਚ ਨੀਚੇ ਨੂੰ ਝੁਕ ਰਹੀਆਂ, ਲਾਈਕ ਟਰੰਕਸ, ਤਣਿਆਂ ਦੀ ਤਰ੍ਹਾਂ। ਇਟ ਹੈਜ਼ ਮੈਨੀ ਥਿਕ ਬ੍ਰਾਂਚਿਸ ਹੈਂਗਿੰਗ ਡਾਊਨ ਲਾਈਕ ਟਰੰਕਸ। ਕੀ ਹੈ? ਇਸ ਦੀਆਂ ਬਹੁਤ ਸਾਰੀਆਂ ਟਹਿਣੀਆਂ, ਕਿ ਵੀ ਸੰਘਣੀਆਂ ਟਹਿਣੀਆਂ ਨੀਚੇ ਨੂੰ ਕੀ ਹੈ ਵੀ ਤਣਿਆਂ ਦੇ ਰੂਪ ਵਿੱਚ ਝੂਟ ਰਹੀਆਂ ਹੁੰਦੀਆਂ ਨੇ। ਹੈਂਗਿੰਗ, ਜਾਂ ਆਪਾਂ ਕਹਿ ਸਕਦੇ ਹਾਂ ਝੂਲ ਰਹੀਆਂ ਹੁੰਦੀਆਂ ਹਨ। ਇਟ ਡਜ਼ਨਟ ਹੈਵ ਜਸਟ ਵਨ ਮੇਨ ਟਰੰਕ ਲਾਈਕ ਅਦਰ ਟਰੀਜ਼। ਇਸ ਦੀ ਕੋਈ ਬਾਕੀ ਦਰੱਖਤਾਂ ਦੇ ਵਾਂਗ, ਰੁੱਖਾਂ ਦੇ ਵਾਂਗ ਕੋਈ ਖਾਸ ਕੀ ਹੈ ਮੇਨ ਤਣਾ ਨਹੀਂ ਹੁੰਦਾ। ਰੂਟਸ ਕੈਨ ਬੀ ਸੀਨ ਕਮਿੰਗ ਡਾਊਨ ਫਰੋਮ ਦੀਜ਼ ਬ੍ਰਾਂਚਿਸ। ਰੂਟਸ ਹੁੰਦੀਆਂ ਨੇ ਬੱਚਿਓ, ਆਪਾਂ ਕਹਿ ਸਕਦੇ ਹਾਂ ਰੂਟਸ ਹੁੰਦੇ ਨੇ ਜੜ੍ਹਾਂ, ਹੈ ਨਾ। ਇਹ ਲੱਗਦਾ ਸਾਨੂੰ ਦੇਖਣ ਦੇ ਵਿੱਚ ਕਿ ਇਸ ਦੀਆਂ ਜਿਹੜੀਆਂ ਕਿਨੇ ਬ੍ਰਾਂਚਿਸ ਨੇ ਉਹ ਨੀਚੇ ਵੱਲ ਨੂੰ ਆ ਰਹੀਆਂ ਹਨ। ਦੀਜ਼ ਰੂਟਸ ਆਰ ਕਾਲਡ ਹੈਂਗਿੰਗ ਰੂਟਸ। ਇਹਨਾਂ ਨੂੰ ਅਸੀਂ
ਝੂਲਦੀਆਂ ਹੋਈਆਂ ਜੜ੍ਹਾਂ ਹੈਂਗਿੰਗ ਰੂਟਸ ਕਹਿ ਸਕਦੇ ਹਾਂ। ਨੀਚੇ ਨੂੰ ਆਉਣ ਵਾਲੀਆਂ ਜਾਂ ਝੂਲ ਰਹੀਆਂ ਕੀ ਕਹਿ ਸਕਦੇ ਹਾਂ, ਜੜ੍ਹਾਂ ਕਹਿ ਸਕਦੇ ਹਾਂ, ਹੈ ਨਾ। ਹਾਂਜੀ, these roots are called hanging roots। ਇਹਨਾਂ ਨੂੰ ਕੀ ਵੀ ਕਿਹਾ ਜਾਂਦਾ ਹੈ ਕਿ ਇਹ ਝੂਲਦੀਆਂ ਹੋਈਆਂ ਕੀ ਕਹਿ ਸਕਦੇ ਹਾਂ, ਜੜ੍ਹਾਂ। The banyan tree is very useful tree। ਜਿਹੜਾ ਇਹ ਰੁੱਖ ਹੈ ਬਨਿਆਨ ਦਾ ਵਰਗ ਦਾ, ਇਹ ਬਹੁਤ ਹੀ ਲਾਭਕਾਰੀ ਹੈ। ਇਟ ਗਿਵਜ਼ ਸ਼ੇਡ, ਸ਼ੇਡ ਹੁੰਦੀ ਹੈ ਬੱਚੇ ਛਾਂ, ਇਹ ਛਾਂ ਦਿੰਦਾ ਹੈ। ਐਂਡ ਸ਼ੈਲਟਰ ਹੁੰਦਾ ਆਸਰਾ ਟੂ ਚਿਰਪਿੰਗ ਸਪੈਰੋ ਨਾ ਪੀਪਲ ਐਂਡ ਐਨੀਮਲਸ। ਇਟ ਗਿਵਜ਼ ਸ਼ੇਡ ਐਂਡ ਸ਼ੈਲਟਰ ਟੂ ਪੀਪਲ ਐਂਡ ਐਨੀਮਲਸ। ਇਹ ਕੀ ਹੈ, ਲੋਕਾਂ ਨੂੰ ਅਤੇ ਜੰਤੂਆਂ ਨੂੰ, ਜੀਵ ਜੰਤੂਆਂ ਨੂੰ ਕੀ ਦਿੰਦਾ ਹੈ ਬੱਚਿਓ, ਛਾਂ ਅਤੇ ਆਸਰਾ ਦਿੰਦਾ ਹੈ। ਚਿਲਡਰਨ ਲਵ ਟੂ ਸਵਿੰਗ ਫਰੋਮ ਇਟਸ ਹੈਂਗਿੰਗ ਰੂਟਸ। ਚਿਲਡਰਨ ਲਵ ਟੂ ਸਵਿੰਗ ਫਰੋਮ ਇਟਸ ਹੈਂਗਿੰਗ ਰੂਟਸ। ਬੱਚੇ ਇਸ ਦੀਆਂ ਝੂਟਦੀਆਂ ਜੜ੍ਹਾਂ ਨੂੰ ਕੀ ਵੀ, ਝੁਕੀਆਂ ਹੋਈਆਂ ਜੜ੍ਹਾਂ ਨੂੰ ਕਿਸ 'ਤੇ ਝੂਟਣਾ ਪਸੰਦ ਕਰਦੇ ਹਨ। ਚਿਲਡਰਨ ਲਵ ਟੂ ਸਵਿੰਗ ਫਰੋਮ ਇਟਸ ਹੈਂਗਿੰਗ ਰੂਟਸ। ਇਸ ਦੀਆਂ ਝੂਲਦੀਆਂ ਹੋਈਆਂ ਜੜ੍ਹਾਂ ਤੋਂ ਕੀ ਹੈ ਬੱਚੇ, ਝੂਟਣਾ ਪਸੰਦ ਕਰਦੇ ਹਨ। ਵਰਡਸ ਸਕੂਲਸ, ਵਰਡ ਹੁੰਦੇ ਨੇ ਪੰਛੀ, ਸਕੂਲਸ ਹੁੰਦੇ ਨੇ ਬੱਚੇ ਕਾਟੋਆਂ, ਇਨਸੈਕਟਸ ਕੀੜੇ ਪਤੰਗੇ, ਵੈਟਸ ਹੁੰਦੇ ਨੇ ਚਮਗਿੱਦੜ, ਚਿਰਪਿੰਗ ਸਪੈਰੋਜ਼ ਚਹਿਚਹਾਉਂਦੀਆਂ ਚਿੜੀਆਂ, ਐਂਡ ਕਰੋਜ਼ ਅਤੇ ਕਾਂ ਆਰ ਫਾਊਂਡ ਆਫ ਦਾ ਬਨਿਆਨ ਟਰੀ। ਇਹ ਸਾਰੇ ਜਿਹੜੇ ਜੀਵ ਜੰਤੂ ਨੇ ਉਹ ਬਨਿਆਨ ਟਰੀ ਨੂੰ ਕੀ ਕਰਦੇ ਨੇ ਬੱਚਿਓ, ਪਸੰਦ ਕਰਦੇ ਹਨ। ਕੌਣ, ਪੰਛੀ, ਸਕੂਲਸ ਹੁੰਦੀਆਂ ਨੇ ਬੱਚਿਓ ਕਾਟੋਆਂ, ਇਨਸੈਕਟ ਕੀੜੇ ਪਤੰਗੇ, ਚਮਗਿੱਦੜ, ਚਹਿਚਹਾਉਂਦੀਆਂ ਚਿੜੀਆਂ, ਕਾਂ ਕੀ ਵੀ ਸਾਰੇ ਕੀ ਵੀ ਇਸ ਰੁੱਖ ਨੂੰ ਪਸੰਦ ਕਰਦੇ ਹਨ। ਫਾਊਂਡ ਆਫ ਹੁੰਦਾ ਪਸੰਦ ਕਰਨਾ। ਅੱਗੇ ਦੇਖੋ ਬੱਚਿਓ, ਹਾਂਜੀ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਪਾਰਟ ਆਫ ਬਨੈਨ ਟਰੀਜ਼। ਇਹਨਾਂ ਵਿੱਚੋਂ ਕਿਹੜਾ ਜਿਹੜਾ ਕੀ ਹੈ ਵੀ ਆਪਾਂ ਕਹਿ ਸਕਦੇ ਹਾਂ ਇਸ ਬਨੈਨ ਟਰੀ ਦਾ ਵਰਗਦ ਰੁੱਖ ਦਾ ਹਿੱਸਾ ਨਹੀਂ ਹੈ। ਬ੍ਰਾਂਚਿਸ ਵਿੱਚੋਂ ਟਾਹਣੀਆਂ ਹੁੰਦੀਆਂ ਨੇ, ਟਰੰਕ ਤਣਾ ਹੁੰਦਾ ਹੈ, ਹੈਂਗਿੰਗ ਰੂਟਸ ਝੂਲਦੀਆਂ ਹੋਈਆਂ ਜੜ੍ਹਾਂ, ਲਟਕਦੀਆਂ ਵੀ ਕਹਿ ਸਕਦੇ ਆਪਾਂ, ਹੈ ਨਾ। ਸ਼ੈਲਟਰ ਹੁੰਦਾ ਆਸਰਾ। ਇਹ ਬੱਚੋ ਠੀਕ ਹੈ, ਆਸਰਾ ਕੋਈ ਹੋਰ ਲੈਂਦਾ, ਰੁੱਖ ਨਹੀਂ ਲੈਂਦਾ, ਇਸ ਕਰਕੇ ਜਿਹੜਾ ਡੀ ਹੈ ਇਹ ਕੀ ਹੈ ਵੀ ਇਹ ਪਾਰਟ ਨਹੀਂ ਹੈ। ਇਟ ਇਜ਼ ਨਾਟ ਏ ਪਾਰਟ ਆਫ ਬਨੈਨ ਟਰੀਜ਼। ਆਲ ਦੀਜ਼ ਆਰ ਦਾ ਪਾਰਟਸ ਆਫ ਕੀ ਹੈ ਵੀ ਬਨੈਨ ਟਰੀ। ਟਾਹਣੀਆਂ ਵੀ ਹੁੰਦੀਆਂ ਬੱਚੋ, ਤਣੇ ਵੀ ਹੁੰਦੇ ਨੇ, ਅਤੇ ਹੈਂਗਿੰਗ ਰੂਟਸ ਝੂਲਦੀਆਂ ਹੋਈਆਂ ਲਟਕਦੀਆਂ ਹੋਈਆਂ ਜੜ੍ਹਾਂ, ਇਹ ਸਾਰੇ ਕਿਹਦੇ ਦੇ ਹਿੱਸੇ ਨੇ। ਪਰੰਤੂ ਸ਼ੈਲਟਰ ਕੀ ਹੁੰਦਾ, ਸ਼ੈਲਟਰ ਹੁੰਦਾ ਆਸਰਾ, ਇਸ ਕਰਕੇ ਇਸ ਦਾ ਪਾਰਟ ਨਹੀਂ ਹੈਗਾ। ਅੱਗੇ ਸੈਕਿੰਡ, ਬਨੈਨ ਟਰੀਜ਼ ਗਰੋ ਇਨ ਸਿਟੀਜ਼। ਸ਼ਹਿਰਾਂ ਦੇ ਵਿੱਚ ਨਹੀਂ ਹੁੰਦਾ ਬੱਚਿਓ। ਵਿਲੇਜਿਸ ਦੇ ਵਿੱਚ ਵੀ ਹੋ ਸਕਦਾ ਜਿੱਥੇ ਖੁੱਲ੍ਹੀ ਜਗ੍ਹਾ ਹੋਵੇ, ਪਰ ਨਹੀਂ ਵਾਈਡ ਓਪਨ ਪਲੇਸ, ਹਾਂ ਜਿੱਥੇ ਬਹੁਤ ਖੁੱਲ੍ਹੀ ਜਗ੍ਹਾ ਹੋਵੇ। ਇਸ ਕਰਕੇ ਸੀ ਭਾਗ ਕੇ ਬਿਲਕੁਲ ਸਹੀ ਹੈ, ਕਿਉਂਕਿ ਬੱਚੋ ਇਟ ਇਜ਼ ਏ ਵੈਰੀ ਵੈਰੀ ਬਿਗ ਟਰੀ। ਬਹੁਤ ਵੱਡਾ ਟਰੀ ਹੁੰਦਾ, ਬੜੀ ਦੂਰ ਤੱਕ ਫੈਲਿਆ ਹੁੰਦਾ, ਇਸ ਕਰਕੇ ਕਾਫੀ ਜਗ੍ਹਾ ਘੇਰਦਾ ਹੈ ਨਾ। ਅੱਗੇ ਥਰਡ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਫਾਊਂਡ ਆਫ ਬਨੈਨ ਟਰੀ। ਇਹਨਾਂ ਵਿੱਚੋਂ ਕਿਸ ਨੂੰ ਕੀ ਹੈ ਵਰਗਦ ਦਾ ਰੁੱਖ ਪਸੰਦ ਨਹੀਂ ਹੈ। ਸਕੂਲਸ ਨੂੰ ਪਸੰਦ ਹੈ ਬੱਚੋ, ਬੈਟ ਚਮਗਿੱਦੜ ਨੂੰ ਪਸੰਦ ਹੈ, ਅਤੇ ਇਨਸੈਕਟਸ ਨੂੰ ਕੀੜੇ ਪਤੰਗਿਆਂ ਨੂੰ ਵੀ, ਪਰ ਵੀਜ਼ ਮੱਖੀਆਂ ਨੂੰ ਕੀ ਇਹ ਪਸੰਦ ਨਹੀਂ ਹੈ। ਇਸ ਕਰਕੇ ਸੀ ਹੈ ਪਾਰਟ ਬਿਲਕੁਲ ਸਹੀ ਉੱਤਰ ਹੈ। ਅੱਗੇ ਫੋਰਥ, ਚੂਜ਼ ਦਾ ਵਰਬ। ਵਰਬ ਹੁੰਦੀ ਹੈ ਬੱਚੋ ਕਿਰਿਆ। ਲਾਰਜ ਵੱਡਾ, ਥਿਕ ਸੰਘਣਾ, ਗਰੋ ਗ੍ਰਿਊ ਗਰੋਨ। ਬੱਚੋ ਸੀ ਕੀ ਹੈ ਵਰਬ ਹੈ। ਬਾਕੀ ਯੂਜ਼ਫੁਲ ਹੁੰਦਾ ਲਾਭਦਾਇਕ, ਤਾਂ ਸੀ ਪਾਰਟ ਕੀ ਹੈ ਵਰਬ ਹੈ। ਠੀਕ ਹੈ। ਅੱਗੇ ਫਿਫਥ ਪਾਰਟ, ਚੂਜ਼ ਦਾ ਇਨਕੋਰੈਕਟ ਪੇਅਰ। ਇਨਕੋਰੈਕਟ ਹੁੰਦਾ ਬੱਚੋ ਗਲਤ ਇੱਕ ਜੋੜਾ ਹੈ। ਦੇਖੋ ਰੂਟ ਦਾ ਰੂਟਸ ਬਣ ਗਿਆ, ਠੀਕ ਹੈ। ਬ੍ਰਾਂਚ ਦਾ ਬ੍ਰਾਂਚਿਜ ES ਬਣ ਲਗਾ, ਤਾਂ ਪਲੂਰਲ ਬਣਾ ਰਹੇ ਆਪਾਂ। ਰੂਟ ਰੂਟਸ, ਜੇ CH ਲੱਗੇ ਹੋਵੇ ਤਾਂ ਨਾਲ ES ਲੱਗ ਜਾਂਦਾ। ਬ੍ਰਾਂਚ ਬ੍ਰਾਂਚਿਜ, ਸਿਟੀ ਸਿਟੀਜ਼। ਬੱਚੋ ਜੇ ਬਾਈ ਤੋਂ ਪਹਿਲਾਂ ਕੀ ਹੈ ਕੋਈ ਕੰਸੋਨੈਂਟ ਹੋਵੇ ਤਾਂ ਬਾਈ ਨੂੰ I ਦੇ ਵਿੱਚ ਬਦਲ ਦਿੰਦੇ ਅਸੀਂ, IES ਲਗਾ ਦਿੰਦੇ ਨਾਲ, ਤਾਂ ਸਿਟੀ ਸਿਟੀਜ਼ ਹੋ ਗਿਆ। ਪਰ ਬੱਚੋ ਪਲੇਸਿਸ ਪਲੇਸਿਸ ਇਹ ਕੀ ਦੋਨੇ ਗਲਤ ਨੇ, ਇਹ ਸਾਡਾ ਡੀ ਜੋੜਾ ਗਲਤ ਹੈ ਪੇਅਰ, ਠੀਕ ਹੈ ਨਾ, ਇਹ ਸਹੀ ਨਹੀਂ ਹੈਗਾ, ਤਾਂ ਪਲੇਸ ਦਾ ਪਲੇਸਿਸ ਆਉਣਾ ਸੀਗਾ। ਅੱਗੇ ਦੇਖੋ ਹਿੰਦੀ ਵਾਲਾ पार्ट। हाँ जी, विषय हिंदी। एक बार महाराजा रणजीत सिंह अपने अंगरक्षकों के साथ शिकार खेलने के लिए जा रहे थे। दोबारा देखो बच्चों,
एक बार महाराजा रणजीत सिंह अपने अंगरक्षकों के साथ शिकार खेलने के लिए जा रहे थे। तभी एक पत्थर का टुकड़ा बड़ी जोर से उनकी कनपटी पर लगा। अंगरक्षकों ने देखा कि कुछ बच्चे पत्थर मार मार कर बेर तोड़ रहे थे। वे बच्चों को पकड़कर महाराज के पास ले आए। पूछने पर पता चला कि वे बच्चे बेर तोड़ रहे थे, पत्थर गलती से इन्हें लगा था। बच्चों ने महाराज से क्षमा मांगी। इस पर महाराज ने कहा कि जब एक बेरी पत्थर खाकर तुम्हें मीठे मीठे बेर देती है तो क्या आपका महाराज पत्थर खाकर आपको सजा देगा। उन्होंने अपने अंगरक्षकों से बच्चों की मीठे मीठे बेर तथा मिठाइयों देने को कहा। बच्चे बेर और मिठाइयाँ लेकर फूले नहीं समा रहे थे। हाँ जी बच्चों, देखो पहला प्रश्न, फूले ना समाना का क्या अर्थ है। बहुत फूल जाना, मोटा हो जाना। नहीं बच्चों, मोटा हो जाना नहीं, बहुत खुश हो जाना। इसका मतलब है फूले ना समाना, बहुत खुश हो जाना। तीसरा भाग बिल्कुल सही है। आगे सेकंड प्रश्न, दूसरा प्रश्न देखो, बच्चों ने महाराज से क्या मांगा। बेर, क्षमा। हाँ जी, उन्होंने क्या किया, हमें माफ़ कर दीजिए। क्या भी सेकंड ऑप्शन बिल्कुल सही है। तीसरा प्रश्न, प्यारे बच्चों सोचकर बताएं, पेड़ पर बेर लगे हो, आपका खाने का मन हो, आपको क्या करना चाहिए। क, एक भाग पत्थर मारकर बेर तोड़ने चाहिए। 2, पेड़ पर चढ़कर बेर तोड़ने चाहिए। सीढ़ी लगाकर बेर तोड़ लेने चाहिए। अपनों से बड़ों को अपनी इच्छा के बारे में बताना चाहिए। बच्चों फोर्थ पार्ट बिल्कुल सही है। ठीक है, कभी भी पेड़ पर नहीं चढ़ना चाहिए, है ना। तब फोर्थ भाग ये भी बिल्कुल सही है, अपनों से बड़ों को अपनी इच्छा के बारे में बताना चाहिए। हाँ जी, प्रश्न चौथा, किस शब्द से संयुक्त अक्षर का प्रयोग नहीं किया गया है। क्षमा, पत्थर, अंगरक्षकों, मिठाइयाँ। हाँ जी बच्चों, फोर्थ भाग मिठाइयाँ। ठीक है ना, क्षमा भी क्या है। हाँ जी, कि ये भी संयुक्त अक्षर है ना, पत्थर भी, अंगरक्षक भी। आगे देखो, क्षमा का समान अर्थ वाला शब्द क्या है बच्चों, माफ़ी। ये माफ़ करना, फॉरगिव। ये बिल्कुल सही, दोनों का एक ही अर्थ है। हाँ जी बच्चों, चलो चलते हैं कि वातावरण पढ़ते हैं, क्योंकि वातावरण की है साडा बहुत ही हरमन प्यारा विषय है। जेकर असी वातावरण शुद्ध रखांगे, साफ रखांगे, ताइयों की भी असी तंदुरुस्त रह सकते हैं, तो आला दुआला साफ रख सकते हैं। देखो पहला प्रश्न, मांसाहारी जंगली जानवरों संबंधी किहड़ा कथन सही है। नंबर 1, मांसाहारी जानवर ਦੇ ਦੰਦ ਨੁਕੀਲੇ ਅਤੇ ਤਿੱਖੇ ਹੁੰਦੇ ਹਨ। ਇਹ ਬਿਲਕੁਲ ਸਹੀ ਹੈ ਬੱਚੋ। ਜਿਹੜੇ ਕੀ ਹੈ ਵੀ ਜਾਨਵਰ ਮੀਟ ਖਾਂਦੇ ਨੇ, ਮਾंस ਖਾਂਦੇ ਨੇ, ਉਹਨਾਂ ਦੇ ਦੰਦ ਨੁਕੀਲੇ ਅਤੇ ਤਿੱਖੇ ਹੁੰਦੇ ਹਨ। ਦੂਸਰਾ, ਜੰਗਲੀ ਜਾਨਵਰ ਆਪਣੇ ਇਲਾਕੇ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ। ਇਹ ਵੀ ਠੀਕ ਹੈ ਬੱਚਿਓ। ਸ਼ਾਕਾਹਾਰੀ ਜਾਨਵਰਾਂ ਨੂੰ ਇਹਨਾਂ ਤੋਂ ਖਤਰਾ ਬਣਿਆ ਰਹਿੰਦਾ ਹੈ। ਹਾਂਜੀ ਬੱਚੇ, ਸ਼ਾਕਾਹਾਰੀ ਉਹ ਹੁੰਦੇ ਨੇ ਜਿਹੜੇ ਮਾंस ਨਹੀਂ ਖਾਂਦੇ। ਮਾਸਾਹਾਰੀ ਉਹ ਹੁੰਦੇ ਹਨ ਜਿਹੜੇ ਮਾंस ਖਾਂਦੇ ਹਨ। ਸ਼ਾਕਾਹਾਰੀ ਉਹ ਹੁੰਦੇ ਨੇ ਜਿਹੜੇ ਕੀ ਕਹਿ ਸਕਦੇ ਆ, ਜੜੀ ਬੂਟੀਆਂ, ਘਾਹ, ਹੈ ਨਾ, ਇੱਦਾਂ ਦਾ ਚੀਜ਼, ਅਨਾਜ ਵਗੈਰਾ ਜੋ ਵੀ ਖਾਂਦੇ ਨੇ ਉਹਨੂੰ ਬੋਲਦੇ ਨੇ ਸ਼ਾਕਾਹਾਰੀ। ਉਪਰੋਕਤ ਸਾਰੇ ਕਥਨ ਸਹੀ ਹਨ ਬੱਚੇ, ਸਾਰੇ ਸਹੀ ਨੇ। ਇਸ ਕਰਕੇ ਸਾਡਾ ਕੀ ਹੈ, ਚੌਥਾ ਉੱਤਰ ਬਿਲਕੁਲ ਸਹੀ ਹੈ, ਕਿਉਂਕਿ ਸਾਰੇ ਕੀ ਹੈ, ਪਹਿਲਾ, ਦੂਸਰਾ, ਤੀਸਰਾ ਸਾਰੇ ਪਾਠ ਕੀ ਨੇ, ਸਹੀ ਨੇ। ਦੂਸਰਾ ਪ੍ਰਸ਼ਨ, ਵਿਲੱਖਣ ਪ੍ਰਤਿਭਾ ਵਾਲੇ ਲੋਕਾਂ ਲਈ ਵਿਸ਼ਵ ਪੱਧਰ ਉੱਤੇ ਹੋਣ ਵਾਲੀਆਂ ਖੇਡਾਂ ਹਨ। ਵਿਲੱਖਣ ਪ੍ਰਤਿਭਾ ਵਾਲੇ ਬੱਚੇ ਕ੍ਰਿਕਟ ਵਿਸ਼ਵ ਕੱਪ, ਓਲੰਪਿਕ ਖੇਡਾਂ, ਫੁੱਟਬਾਲ ਕੱਪ, ਪੈਰਾ ਓਲੰਪਿਕ ਖੇਡਾਂ। ਹਾਂਜੀ ਬੱਚਿਓ, ਚੌਥਾ ਭਾਗ ਕੀ ਹੈ, ਪੈਰਾ ਓਲੰਪਿਕ। ਜਿਹੜੇ ਬੱਚੋ ਕਿਸੇ ਪੱਖੋਂ ਅੰਗ ਪੈਰ ਤੋਂ ਜਿਹੜੇ ਬੱਚੇ ਕੀ ਹੁੰਦੇ, ਅਪਾਹਜ ਹੁੰਦੇ ਨੇ, ਕਿਸੇ ਦੇ ਲੱਤਾਂ ਨਹੀਂ ਚੱਲਦੀਆਂ ਜਾਂ ਕਿਸੇ ਦੇ ਬਾਹਾਂ ਨਹੀਂ ਕੰਮ ਕਰਦੀਆਂ, ਤਾਂ ਉਹਨਾਂ ਵਾਸਤੇ ਕਿਹੜੇ ਹੁੰਦੇ ਨੇ ਬੱਚੋ, ਪੈਰਾ ਓਲੰਪਿਕ ਖੇਡਾਂ ਹੁੰਦੀਆਂ ਹਨ, ਕਿਉਂਕਿ ਉਹ ਆਮ ਬੱਚਿਆਂ ਵਾਂਗ ਨਹੀਂ ਖੇਡ ਸਕਦੇ। ਤੀਸਰਾ ਪ੍ਰਸ਼ਨ, ਜੇਕਰ ਅਸੀਂ ਤਾਜ਼ਾ ਖਬਰਾਂ ਬਾਰੇ ਜਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਨੰਬਰ 1, ਪੁਰਾਣੀਆਂ ਕਿਤਾਬਾਂ ਪੜ੍ਹਨੀਆਂ ਪੈਣਗੀਆਂ। ਬਿਲਕੁਲ ਨਹੀਂ, ਅੱਜ ਦਾ ਅਖਬਾਰ ਪੜ੍ਹਨਾ ਪਵੇਗਾ। ਹਾਂਜੀ ਬੱਚੋ, ਸਾਨੂੰ ਅੱਜ ਦਾ ਅਖਬਾਰ ਪੜ੍ਹਨਾ ਪਵੇਗਾ। ਕੋਈ ਪੁਰਾਣੀ ਤਸਵੀਰ ਦੇਖਣੀ ਪਵੇਗੀ, ਟੀਵੀ ਉੱਤੇ ਕੋਈ ਫਿਲਮ ਦੇਖਣੀ ਪਵੇਗੀ, ਸਾਰੇ ਗਲਤ ਨੇ ਬੱਚੋ। ਸਾਨੂੰ ਅੱਜ ਦਾ ਅਖਬਾਰ ਪੜ੍ਹਨਾ ਪਵੇਗਾ।
ਅੱਗੇ ਪ੍ਰਸ਼ਨ ਚੌਥਾ, ਦੀ ਵਰਤੋਂ ਚਾਹ ਬਣਾਉਣ ਲਈ ਨਹੀਂ ਕੀਤੀ ਜਾਂਦੀ। ਖਾਲੀ ਥਾਂ, ਦਾਲਚੀਨੀ, ਲੌਂਗ, ਹਲਦੀ, ਇਲਾਇਚੀ। ਬੱਚਿਓ ਚਾਹ ਦੇ ਵਿੱਚ ਦਾਲਚੀਨੀ ਵੀ ਪੈ ਸਕਦੀ ਹੈ, ਲੌਂਗ ਵੀ ਪੈ ਸਕਦੇ ਨੇ, ਇਲਾਇਚੀ ਵੀ, ਪਰ ਹਲਦੀ ਕੀ ਹੈ ਚਾਹ ਦੇ ਵਿੱਚ ਨਹੀਂ ਪੈਂਦੀ। ਇਸ ਕਰਕੇ ਤੀਸਰਾ ਭਾਗ ਗਲਤ ਹੈ। ਹਲਦੀ ਕਿੱਥੇ ਪੈਂਦੀ ਹੈ ਬੱਚਿਓ? ਸਬਜ਼ੀ ਵਗੈਰਾ 'ਚ ਪਾਉਂਦੇ ਹਾਂ, ਦਾਲਾਂ ਦੇ ਵਿੱਚ, ਹੈ ਨਾ। ਵੈਸੇ ਵੀ ਲੋਕ ਖਾਂਦੇ ਨੇ ਹਲਦੀ। ਪ੍ਰਸ਼ਨ ਪੰਜਵਾਂ, ਨਵ ਜੰਮੇ ਬੱਚੇ ਲਈ ਪੌਸ਼ਕ ਤੱਤ ਭਰਪੂਰ ਭੋਜਨ ਕਿਹੜਾ ਹੁੰਦਾ ਹੈ? ਬੱਚਿਓ ਦੇਖੋ, ਜਿਹੜਾ ਛੋਟਾ ਬੱਚਾ ਨਵ ਜੰਮਿਆ, ਕਿਉਂਕਿ ਉਹਦੇ ਦੰਦ ਵੀ ਨਹੀਂ ਹੁੰਦੇ, ਕੁਛ ਨਹੀਂ ਹੁੰਦਾ, ਤਾਂ ਉਹ ਬੱਚਾ ਕਿਹੜਾ ਹੁੰਦਾ ਬੱਚਿਓ? ਉਹਦੇ ਲਈ ਮਾਂ ਦਾ ਦੁੱਧ। ਦੂਸਰਾ ਭਾਗ ਬਿਲਕੁਲ ਸਹੀ ਹੈ। ਤਾਂ ਬੱਚਿਓ ਕੀ ਹੈ, ਮਾਂ ਦੇ ਦੁੱਧ 'ਤੇ ਅਸੀਂ ਨਿਸ਼ਾਨੀ ਲਗਾ ਦੇਣੀ ਹੈ। ਠੀਕ ਹੈ, ਜਦੋਂ ਬੱਚਾ ਥੋੜ੍ਹਾ ਜਿਹਾ ਵੱਡਾ ਹੁੰਦਾ ਫਿਰ ਉਹ ਦਲੀਆ ਵਗੈਰਾ ਖਾ ਸਕਦਾ। ਠੀਕ ਹੈ, ਮੈਨੂੰ ਲੱਗਦਾ ਮੇਰੇ ਬੱਚੇ ਐਨ ਚੰਗੀ ਤਰ੍ਹਾਂ ਸਮਝ ਕੇ ਇਸ ਨੂੰ ਪੈਲਸ਼ੀਟ ਨੂੰ ਕਰਨਗੇ ਅਤੇ ਫਿਰ ਵਧੀਆ ਵਧੀਆ ਪੇਪਰ ਕਰਨਗੇ ਅਤੇ ਸਾਡੇ ਪੰਜਾਬ ਨੂੰ ਪੜ੍ਹਾਈ ਦੇ ਪੱਖੋਂ ਪਹਿਲੇ ਨੰਬਰ 'ਤੇ ਲੈ ਕੇ ਆਉਣਗੇ। ਚਲੋ ਬੱਚੋ, ਮਿਲਦੇ ਹਾਂ ਫਿਰ ਕੱਲ੍ਹ। ਓਕੇ, ਬਾਏ, ਹੈਵ ਏ ਨਾਈਸ ਡੇ।